मैं तकरीबन इत्थे 500 रुपए का जिवें सीटी स्कैन मेरे पिछे मशीन लगी आपां कर दिंदे आ ते प्राइवेट विच सीटी स्कैन कोई हैड दा 1800 तो शुरू के 2200 रुपए तक करदे ने। इस तरह अल्ट्रासाउंड ने असीं तकरीबन जिहड़ा 250 300 तो अल्ट्रासाउंड शुरू कर दिंदे आ, बाहर 700 800 रुपए तो घट हुंदा ही नहीं। क्योंकि ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਦੇਖਦੇ ਆ ਕਿ ਤੁਸੀਂ ਕੁਝ 100 ਦੇ ਵਿੱਚ ਟੈਸਟ ਜਾਂ ਕੁਝ ਰੁਪਈਆਂ ਦੇ ਵਿੱਚ ਟੈਸਟ ਕਰ ਰਹੇ ਹੋ, ਬਾਹਰ ਤਾਂ ਹਜ਼ਾਰਾਂ ਦੇ ਨੇ। बाहर प्राइवेट सेंटरां दे विच रेट जो वधे होए ने सिर्फ कमीशनां दे करके वधे होए ने। एंबूलेंस साडी गई है, कोई पैसे देना चाहता है देगा असीं लवांगे, नहीं देना चाहता तां भी छड्ड के आवांगे। मतलब असीं अपनी एंबूलेंस ते लखनऊ गोरखपुर तक भी पेशेंट फ्री च छड्डे होए, डेड बॉडियां छड्डी होई जी। मेरे पीछे मशीन पई है सीटी स्कैन की है, तकरीबन असीं 16 करोड़ की मशीन लगवाई सी 3 साल पहला। और प्राइवेट सेंटर वाले यही मशीनां रीफैब 30-40 लाख की लगा के उन्हां दी रिपोर्टां वधिया जांदे ने, क्यों? कमीशन दे के। ਕਈ ਦਿਨ ਤੋਂ ਲਗਾਤਾਰ ਮਸਲਾ ਇਹ ਚੱਲ ਰਿਹਾ ਹੈ ਕਿ ਦਵਾਈਆਂ ਦੇ ਰੇਟ ਹੁੰਦੇ ਕੁਝ ਹੋਰ ਨੇ ਤੇ ਵਸੂਲੇ ਕੁਝ ਹੋਰ ਜਾਂਦੇ ਨੇ, ਕਿਉਂਕਿ MRP ਵੀ ਦਵਾਈਆਂ ਦੇ ਉੱਤੇ ਕਈ ਵਾਰ ਇਸ ਤਰ੍ਹਾਂ ਦੀ ਲਿਖੀ ਹੁੰਦੀ ਹੈ ਕਿ ਅਸਲ ਰੇਟ ਤੋਂ ਬਹੁਤ ਜ਼ਿਆਦਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮੋਦੀਖਾਨੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਚਰਚਾਵਾਂ ਚੱਲੀਆਂ, ਵੱਡੇ ਵਿਵਾਦ ਖੜੇ ਹੋ ਗਏ, ਬਹੁਤ ਸਾਰੇ ਲੋਕਾਂ ਨੇ ਰਾਇਆਂ ਹੱਕ 'ਚ ਦਿੱਤੀਆਂ, ਵਿਰੋਧ 'ਚ ਦਿੱਤੀਆਂ, ਤਾਂ ਉਸ ਤੋਂ ਬਾਅਦ ਮਸਲਾ ਇਹ ਕਿਤੇ ਨਾ ਕਿਤੇ ਉੱਠਦਾ ਹੋਇਆ ਨਜ਼ਰ ਆਇਆ। ਹਾਲਾਂਕਿ ਮਸਲਾ ਪੁਰਾਣਾ ਹੈ ਕਿ ਰੇਟ ਕੁਝ ਹੋਰ ਹੁੰਦੇ ਨੇ ਤੇ ਲਏ ਕੁਝ ਹੋ ਜਾਂਦੇ ਨੇ। ਇਸ ਤੋਂ ਬਾਅਦ ਗੱਲ ਇਹੀ ਜੇ ਮੈਡੀਕਲ ਪਹਿਲੂ ਦੀ ਕੀਤੀ ਜਾਵੇ ਤਾਂ ਜਿੱਥੇ ਦਵਾਈਆਂ ਲੋਕਾਂ ਲਈ ਜ਼ਰੂਰੀ ਹੈਗੀਆਂ ਨੇ, ਤਾਂ ਦੂਜੇ ਪਾਸੇ ਟੈਸਟ ਵੀ ਇੱਕ ਅਜਿਹੀ ਚੀਜ਼ ਹੈ ਜੇ ਕਿ ਬੇਹੱਦ ਜ਼ਰੂਰੀ ਹੈ। ਦਵਾਈ ਲਿਖਣ ਤੋਂ ਵੀ ਪਹਿਲਾਂ ਟੈਸਟ ਲਿਖੇ ਜਾਂਦੇ ਨੇ, ਡਾਕਟਰ ਲਿਖਦੇ ਨੇ ਟੈਸਟ ਤੇ ਉਸ ਤੋਂ ਬਾਅਦ ਹੀ ਦਵਾਈ ਲਿਖੀ ਜਾਂਦੀ ਹੈ। ਆਖਿਰਕਾਰ ਕੀ ਟੈਸਟਾਂ ਦੇ ਵਿੱਚ ਵੀ ਅਜਿਹਾ ਝੋਲ ਹੈ? ਇਹ ਇਸ ਲਈ ਸਵਾਲ ਖੜਾ ਹੁੰਦਾ ਹੈ ਕਿਉਂਕਿ ਕਈ ਸੰਸਥਾਨ ਇਸ ਤਰ੍ਹਾਂ ਦੇ ਹੈਗੇ ਨੇ ਜੋ ਕਿ ਨੋ ਪ੍ਰੋਫਿਟ ਨੋ ਲਾਸ ਤੇ ਚੱਲ ਰਹੇ ਨੇ ਤੇ ਬਹੁਤ ਘੱਟ ਰੇਟ ਦੇ ਉੱਤੇ ਟੈਸਟ ਕਰ ਰਹੇ ਨੇ, ਪਰ ਕਈ ਜਗ੍ਹਾਵਾਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਹਾਈ ਪ੍ਰੋਫਾਈਲ ਫੈਸਿਲਿਟੀ ਦਾ ਸਾਹਮਣੇ ਤਸਵੀਰ ਰੱਖ ਕੇ ਮਹਿੰਗੇ ਰੇਟ ਤੇ ਟੈਸਟ ਹੁੰਦੇ ਨੇ। ਇਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਚੰਡੀਗੜ੍ਹ ਦੇ ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਦਾ ਇੱਕ ਸੈਂਟਰ ਚਲਾਇਆ ਜਾ ਸਕਦਾ। ਹਾਲਾਂਕਿ ਨਾਮ ਜੇ ਕਹੀਏ ਮੋਦੀਖਾਨਾ ਨਹੀਂ, ਗੁਰੂ ਹਰਸਾਏ ਸਾਹਿਬ ਜਿਹੜਾ ਡਾਇਗਨੋਸਟਿਕ ਸੈਂਟਰ ਹੈਗਾ ਉਹ ਚਲਾਇਆ ਜਾ ਰਿਹਾ। ਉੱਥੇ ਟੈਸਟਾਂ ਦੇ ਰੇਟ ਜੇ ਦੇਖਿਆ ਜਾਵੇ ਤਾਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ, ਕਿਉਂਕਿ ਮਾਰਕੀਟ ਦੇ ਵਿੱਚ ਹਜ਼ਾਰਾਂ ਦੇ ਹੋਣ ਵਾਲੇ ਟੈਸਟ ਕੁਝ 100 ਦੇ ਹੀ ਰਹਿ ਜਾਂਦੇ ਨੇ। ਸਾਡੇ ਨਾਲ ਟੈਸਟ ਚਲਾਉਣ ਵਾਲੇ ਜੇ ਕਹੀਏ ਕਿ ਇਹ ਜਿਹੜਾ ਡਾਇਗਨੋਸਟਿਕ ਸੈਂਟਰ ਚਲਾਉਣ ਵਾਲੇ ਅਮਰਿਤਪਾਲ ਸਿੰਘ ਹੈਗੇ ਨੇ, ਗੁਰਦੁਆਰਾ ਸਾਹਿਬ ਕਮੇਟੀ ਚੋਂ ਹੈਗੇ ਨੇ। ਪੁੱਛਾਂਗੇ ਇਹਨਾਂ ਨੂੰ ਕਿ ਆਖਿਰਕਾਰ ਇਹ ਕੀ ਕਾਰਨ ਹੈ ਕਿ ਇਹਨਾਂ ਦੇ ਟੈਸਟਾਂ ਦੇ ਵਿੱਚ ਤਾਂ ਨਹੀਂ ਕੋਈ ਫਰਕ ਜਾਂ ਫਿਰ ਫੈਸਿਲਿਟੀ ਦੇ ਵਿੱਚ ਕੋਈ ਫਰਕ ਹੋਵੇ, ਕਿਉਂਕਿ ਜੇ ਆਸੇ-ਪਾਸੇ ਨਜ਼ਰ ਦੌੜਾਈਏ ਤਾਂ ਉਹੀ AC, ਉਹੀ ਸਾਫ਼ ਸੁਥਰੇ ਕਮਰੇ ਤੇ ਉਹੀ ਫੈਸਿਲਿਟੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ। ਅਮਰਿਤਪਾਲ ਜੀ, ਦਵਾਈਆਂ ਨੂੰ ਲੈ ਕੇ ਕਈ ਦਿਨ ਤੋਂ ਦੇਖਿਆ, ਤੁਹਾਨੇ ਵੀ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਕਿ ਰੇਟ ਕੁਝ ਹੋਰ ਹੁੰਦੇ ਨੇ, ਵਿਕਦੀਆਂ ਕੋਈ ਹੋਰ ਰੇਟ ਤੇ ਨੇ, ਟੈਸਟ ਵੀ ਉਹੀ ਪਹਿਲੂਆਂ 'ਚੋਂ ਆ ਜਾਂਦਾ ਹੈ। ਉਹ ਸਵਾਲ ਇਸ ਲਈ ਵੀ ਖੜਾ ਹੋ ਜਾਂਦਾ ਕਿਉਂਕਿ ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਦੇਖਦੇ ਆ ਕਿ ਤੁਸੀਂ ਕੁਝ 100 ਦੇ ਵਿੱਚ ਟੈਸਟ ਜਾਂ ਕੁਝ ਰੁਪਈਆਂ ਦੇ ਵਿੱਚ ਟੈਸਟ ਕਰ ਰਹੇ ਹੋ, ਬਾਹਰ ਤਾਂ ਹਜ਼ਾਰਾਂ ਦੇ ਨੇ, ਫਿਰ ਫਰਕ ਕਿੱਥੇ ਰਹਿ ਜਾਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਦੱਸਿਆ ਕਿ ਮੋਦੀਖਾਨੇ ਦਵਾਈਆਂ ਵਾਲਾ ਦਾ ਜ਼ਿਕਰ ਕਾਫੀ ਦੇਰ ਤੋਂ ਚੱਲ ਰਿਹਾ, ਅਸੀਂ ਵੀ ਬੜਾ ਸੁਣ ਰਹੇ ਸੀਗੇ ਤੇ ਸਾਡੇ ਕੋਲ ਅਸੀਂ ਤਕਰੀਬਨ ਕਾਫੀ ਸਾਲਾਂ ਤੋਂ ਇਹ ਡਾਇਗਨੋਸਟਿਕ ਸਰਵਿਸ ਦੇ ਰਹੇ ਹਾਂ ਤੇ ਮੈਂ ਤਕਰੀਬਨ 2000 ਤੋਂ 2006 ਤੱਕ ਇਸੀ ਲਾਈਨ ਵਿੱਚ ਪ੍ਰਾਈਵੇਟ ਫੀਲਡ 'ਚ ਕੰਮ ਕੀਤਾ ਸਾਰਾ। ਤੇ ਮੈਂ ਪ੍ਰਾਈਵੇਟ ਫੀਲਡ 'ਚ ਰਹਿ ਕੇ ਇਹੀ ਦੇਖਿਆ ਹੈ ਕਿ ਕੁਆਲਿਟੀ ਅੱਛੀ ਦੇ ਕੇ, ਸਰਵਿਸ ਅੱਛੀ ਦੇ ਕੇ ਘੱਟ ਰੇਟ ਵੀ ਲਏ ਜਾ ਸਕਦੇ ਨੇ। ਕੁਆਲਿਟੀ ਤੇ ਇਹਦਾ ਨਾਮ ਲੈ ਕੇ ਤਕਰੀਬਨ ਬਾਹਰ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਰੇਟ ਜੋ ਵਧੇ ਹੋਏ ਨੇ ਸਿਰਫ ਕਮਿਸ਼ਨਾਂ ਦੇ ਕਰਕੇ ਵਧੇ ਹੋਏ ਨੇ। ਮਤਲਬ ਕੁਆਲਿਟੀ ਨੂੰ ਅਸੀਂ ਅਗਰ ਅੱਛਾ ਦਈਏ, ਮਸ਼ੀਨਾਂ ਅੱਛੀਆਂ ਲਾਈਏ ਔਰ ਲੋ ਰੇਟ 'ਤੇ ਕੰਮ ਕਰੀਏ ਤਾਂ ਵੀ ਅਸੀਂ ਤਕਰੀਬਨ ਉਹਦੇ 'ਚੋਂ ਮਤਲਬ ਮੁਨਾਫਾ ਤਾਂ ਇਹ ਵੱਡਾ ਨਹੀਂ ਕਹਿ ਸਕਦੇ, ਪਰ ਨਾ ਮਾਤਰ ਮੁਨਾਫਾ ਤਾਂ ਅਸੀਂ ਲੈ ਹੀ ਸਕਦੇ ਜਿਹਦੇ ਨਾਲ ਆਪਾਂ ਆਪਣੇ ਸੈਂਟਰ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਹਾਂ। ਤੁਹਾਡੇ ਸੈਂਟਰ 'ਚ ਅਸੀਂ ਆਏ ਦੇਖਿਆ AC ਵੀ ਲੱਗੇ ਹੋਏ ਨੇ, ਸਾਫ਼ ਸਫਾਈ ਵੀ ਤੁਹਾਨੇ ਪੂਰੀ ਰੱਖੀ ਹੈ, ਜਿਹੜੇ ਤੁਹਾਡੇ ਟੈਕਨੀਸ਼ੀਅਨ ਨੇ ਜਾਂ ਡਾਕਟਰ ਨੇਗੇ ਉਹ ਵੀ ਉਹੀ ਜੇ ਕਹੀਏ ਕਿ ਕੁਆਲੀਫਾਈਡ ਹੈਗੇ ਨੇ। ਤਾਂ ਫਿਰ ਜੇ ਕਿਹਾ ਜਾਵੇ ਤੁਹਾਡਾ ਜੇ ਬਾਹਰ ਨਾਲੋਂ ਜੇ ਫਰਕ ਲਾਇਆ ਜਾਵੇ ਕਿ ਜੇ ਕੁਝ ਟੈਸਟਾਂ ਦੀ ਗੱਲ ਕਰ ਲਈਏ ਤਾਂ ਕਿੰਨਾ ਤੁਸੀਂ ਫਰਕ ਦੇਖ ਕੇ ਚੱਲਦੇ ਹੋ? ਹਾਲਾਂਕਿ ਕਈ ਲੋਕ ਤਾਂ ਆਪਣੇ ਮਨ ਚਾਹੇ ਰੇਟ ਲਾ ਰਹੇ ਹੋਣੇ, ਪਰ ਫਿਰ ਵੀ ਜੇ ਸਮਝਿਆ ਜਾਵੇ ਜੋ ਮਾਰਕੀਟ ਵੈਲਿਊ ਦੇ ਤੌਰ ਤੇ ਕਈ ਵਾਰ ਤੋਲਿਆ ਜਾਂਦਾ। ਵੀਰ ਜੀ ਆਲ ਓਵਰ ਚ ਲੈ ਕੇ ਚੱਲੀਏ ਤਾਂ ਤਕਰੀਬਨ ਸਾਡੇ ਨਾਲ ਤੇ ਪ੍ਰਾਈਵੇਟ ਦੇ ਤਕਰੀਬਨ 50 ਤੋਂ 60% ਰੇਟ ਦਾ ਫਰਕ ਹੈਗਾ।
ਮਤਲਬ ਜਿਹੜਾ ਕੰਮ ਮੈਂ ਤਕਰੀਬਨ ਇੱਥੇ 500 ਰੁਪਏ ਦਾ, ਜਿਵੇਂ ਸਿਟੀ ਸਕੈਨ ਮੇਰੇ ਪਿੱਛੇ ਮਸ਼ੀਨ ਲੱਗੀ ਆਪਾਂ ਕਰ ਦਿੰਦੇ ਹਾਂ, ਤੇ ਪ੍ਰਾਈਵੇਟ ਵਿੱਚ ਸਿਟੀ ਸਕੈਨ ਕੋਈ ਹੈਡ ਦਾ 1800 ਤੋਂ ਸ਼ੁਰੂ ਹੋ ਕੇ 2200 ਰੁਪਏ ਦਾ ਕਰਦੇ ਨੇ। ਇਸ ਤਰ੍ਹਾਂ ਹੀ ਅਲਟਰਾਸਾਊਂਡ ਨੇ ਅਸੀਂ ਤਕਰੀਬਨ ਜਿਹੜਾ 250 300 ਤੋਂ ਅਲਟਰਾਸਾਊਂਡ ਸ਼ੁਰੂ ਕਰ ਦਿੰਦੇ ਹਾਂ, ਬਾਹਰ 700 800 ਰੁਪਏ ਤੋਂ ਘੱਟ ਹੁੰਦਾ ਹੀ ਨਹੀਂ। ਇੱਦਾਂ ਹੀ ਖੂਨ ਦੇ ਟੈਸਟ ਨੇ, ਖੂਨ ਦੀ ਪ੍ਰੈਗਨੈਂਸੀ ਦੇ ਦੌਰਾਨ ਤਕਰੀਬਨ 9 ਮਹੀਨੇ ਵਿੱਚ ਲੇਡੀਜ਼ ਪੇਸ਼ੈਂਟ ਨੂੰ ਬੜੀ ਤਰ੍ਹਾਂ ਦੇ ਟੈਸਟ ਕਰਾਉਣੇ ਪੈਂਦੇ ਨੇ, ਜਿਨ੍ਹਾਂ ਦੀ ਤਕਰੀਬਨ ਸਮਝ ਲਓ ਕਿ ਮਾਰਕੀਟ ਵਿੱਚ ਪੂਰੀ ਲੁੱਟ ਖਸੁੱਟ ਹੈ ਕਿ ਹੁੰਦਾ ਟੈਸਟ ਉਹ ਕੁਛ ਰੇਟ ਦਾ ਤੇ ਪਰ ਅਵੇਲੇਬਿਲਟੀ ਜਿਹੜੀ ਉਹਦੀ ਆ ਬਹੁਤ ਹਾਈ ਰੇਟਾਂ 'ਤੇ ਹੁੰਦੀ ਹੈ, ਜਿਹਨੂੰ ਦੇਖ ਕੇ ਸਾਨੂੰ ਬੜਾ ਇਤਰਾਜ਼ ਵੀ ਹੁੰਦਾ ਹੈ। ਪਰ ਕਈ ਚੰਗੇ ਡਾਕਟਰ ਵੀ ਮਾਰਕੀਟ 'ਚ ਬੈਠੇ ਨੇ ਜਿਹੜੇ ਰੱਬ ਦਾ ਖੌਫ ਮੰਨਦੇ ਨੇ, ਸਾਡੇ ਕੋਲ ਭੇਜਦੇ ਨੇ। ਬੜੇ ਡਾਕਟਰ ਨੇ ਜਿਹੜੇ ਸਾਡੇ ਕੋਲ ਭੇਜਦੇ PGI ਤੋਂ, ਬੱਤੀ ਤੋਂ, ਪ੍ਰਾਈਵੇਟ ਹਸਪਤਾਲਾਂ 'ਚੋਂ, ਪ੍ਰਾਈਵੇਟ ਕਲੀਨਿਕਾਂ 'ਚੋਂ ਕਿ ਬਾਈਚ ਕਰਾ ਕੇ ਆਓ, ਤੁਹਾਡੇ ਰੇਟ ਵੀ ਠੀਕ ਲੱਗਣਗੇ ਤੇ ਤੁਹਾਡੀ ਟੈਸਟ ਦੀ ਰਿਪੋਰਟਾਂ ਵੀ ਐਕੂਰੇਟ ਹੋਣਗੀਆਂ। ਯਾਨੀ ਕਿ ਦੀਨਮਾਨ ਅਜੇ ਵੀ ਖੜਾ ਹੈਗਾ, ਤਾਈਓ ਕਿਹਾ ਜਾਂਦਾ ਕਿਤੇ ਨਾ ਕਿਤੇ ਪਰਮਾਤਮਾ ਦਾ ਸ਼ੁਕਰ ਜਦੋਂ ਲੋਕ ਗੁਜ਼ਾਰਦੇ ਨੇ ਤਾਂ ਉਹਦੇ ਵਿੱਚ ਅਗਲਾ ਸਮਝ ਲੈਂਦਾ ਕਿ ਠੀਕ ਹੈ ਮੁਨਾਫਾ ਘੱਟ ਕੀਤਾ ਜਾਵੇ ਤੇ ਮਰੀਜ਼ ਨੂੰ ਵੀ, ਕਿਉਂਕਿ ਉਹ ਉਸ ਸਿਚੁਏਸ਼ਨ 'ਚ ਮਰੀਜ਼ ਹੁੰਦਾ ਜਦੋਂ ਸ਼ਾਇਦ ਕਈ ਵਾਰ ਤੁਹਾਡੇ ਕੋਲ ਵੀ ਆਉਂਦੇ ਹੋਣੇ, ਕਈਆਂ ਕੋਲ ਪੈਸੇ ਨਹੀਂ ਹੁੰਦੇ ਹੋਣੇ। ਹਾਂਜੀ ਵੀਰ ਜੀ, ਮੈਂ ਕਈ ਵਾਰ ਬੜਾ ਹੈਰਾਨ ਹੁੰਦਾ, ਸਾਡੇ ਇੰਨੇ ਘੱਟ ਰੇਟ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਕਈ ਵਾਰ ਲੋਕ ਇੱਦਾਂ ਦੇ ਆਉਂਦੇ ਨੇ ਜਿਹੜੇ ਉਹ ਪੈਸੇ ਅਫੋਰਡ ਨਹੀਂ ਕਰਦੇ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਾਂਗਾ ਕਿ ਸਾਡਾ ਸਟਾਫ ਫਿਰ ਉਹਦੀ ਸ਼ਨਾਖਤ ਕਰਦਾ ਹੈ। ਜੇ ਕਈ ਬਿਨਾਂ ਗੱਲ ਤੋਂ ਵੀ ਸਾਡੇ ਕੋਲ ਆ ਕੇ ਕਹਿੰਦੇ ਨੇ ਕਿ ਨਹੀਂ ਜੀ ਸਾਡੇ ਰੇਟ ਘੱਟ ਕਰ ਲਓ, ਉਹ ਅਸੀਂ ਨਹੀਂ ਕਰ ਸਕਦੇ। ਪਰ ਜਿਹੜਾ ਡਿਜ਼ਰਵਿੰਗ ਹੁੰਦਾ, ਮੇਰੇ ਸਟਾਫ ਨੂੰ ਲੱਗਦਾ ਸੀ ਉਹਨਾਂ ਦੇ ਪੈਸੇ ਛੱਡ ਵੀ ਦਿੰਦੇ ਕਈ ਵਾਰੀ, ਤੇ ਉਹਨਾਂ ਕੋਲ ਪੈਸੇ ਲੈਂਦੇ ਵੀ ਨਹੀਂ, ਜਾਂ ਉਹਨਾਂ ਨੂੰ ਆਫਰ ਦੇ ਦਿੰਦੇ ਆ ਤੁਸੀਂ ਜਿੰਨੇ ਪੈਸੇ ਦੱਸਦੇ ਉਹਨੇ ਪੈਸੇ ਦੇ ਕੇ ਕੰਮ ਕਰਾ ਲਓ, ਅਸੀਂ ਕਰ ਦਿਆਂਗੇ। ਵੀਰ ਜੀ ਦੇਖਿਆ ਜਾਵੇ ਤੁਸੀਂ ਵੀ ਇਹਦੇ ਵਿੱਚ ਬਰਾਬਰ ਦੇ ਸਾਝੇਦਾਰ ਹੋ, ਤਾਈਓ ਕਰਕੇ ਅਜਿਹੇ ਜੇ ਕਹੀਏ ਕਿ ਸੰਸਥਾਨ ਚੱਲਦੇ ਨੇਗੇ। ਮਾਰਕੀਟ ਦੇ ਵਿੱਚ ਤੁਸੀਂ ਵੀ ਜਦੋਂ ਜਾਂਦੇ ਹੋਵੋਗੇ, ਚਲੋ ਜਦੋਂ ਤੱਕ ਤਾਂ ਤੁਹਾਨੂੰ ਨਹੀਂ ਪਤਾ ਹੋਣਾ, ਕਿੰਨੀਆਂ ਅੱਖਾਂ ਖੁੱਲੀਆਂ ਕਿ ਆਖਰਕਾਰ ਕੀ ਰਿਹਾ ਮਾਰਕੀਟ ਦੇ ਵਿੱਚ। ਉਹ ਗਰੀਬ ਲੋਕ ਜਾਂ ਆਮ ਲੋਕ ਜਿਨ੍ਹਾਂ ਕੋਲ ਪੈਸੇ ਕਈ ਵਾਰ ਇਲਾਜ ਕਰਾਉਣ ਨੂੰ ਸਿਰਫ ਡਾਕਟਰ ਦੀ ਫੀਸ ਦੇਣ ਤੱਕ ਦੇ ਹੁੰਦੇ ਨੇ, ਪਰ ਜਦੋਂ ਐਡੇ ਮਹਿੰਗੇ ਟੈਸਟਾਂ 'ਚ ਆ ਜਾਂਦੇ ਨੇ, ਹਜ਼ਾਰਾਂ ਦੇ ਟੈਸਟ ਪਰ ਹੁੰਦੇ ਉਹ ਕੁਝ ਰੁਪਈਆਂ ਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਜੋਤ ਸਿੰਘ ਸਾਨੀ, ਜੋ ਕਿ ਚੰਡੀਗੜ੍ਹ ਗੁਰਦੁਆਰਾ ਸਥਾਪਨ ਕਮੇਟੀ ਗੁਰਦੁਆਰਾ ਸਾਹਿਬ ਸੈਕਟਰ 22 ਦੇ ਸੈਕਟਰੀ ਦੀ ਸੇਵਾ ਨਿਭਾ ਰਿਹਾ ਹੈ। ਜਦ ਅਸੀਂ ਇਹ ਸਥਾਨ ਖੋਲ੍ਹਿਆ ਸੀ, ਜਦ ਲੈਬੋਰਟਰੀ ਸੈਂਟਰ ਖੋਲ੍ਹਿਆ ਸੀ, ਉਸ ਵੇਲੇ ਇੱਕੋ ਇੱਕ ਨਿਸ਼ਚਾ ਸੀ ਕਿ ਲੋੜਵੰਦ ਦੀ ਜ਼ਰੂਰਤ ਪੂਰੀ ਕਰਨੀ ਹੈ ਇਸ ਪੱਖ ਤੋਂ। ਪਰ ਜਦ ਅਸੀਂ ਹੁਣ ਹਾਲਾਤ ਦੇਖ ਰਹੇ ਹਾਂ, ਇਹ ਲੋੜਵੰਦੀ ਨੂੰ ਲੁੱਟਣ ਤੱਕ ਕੰਮ ਚਲਾ ਗਿਆ। ਇੱਥੋਂ ਤੱਕ ਹਾਲਾਤ ਇਹ ਹੋ ਗਏ ਨੇ ਕਿ ਲੋਕੀ ਇੱਕ ਬਿਮਾਰ ਆਦਮੀ ਨੂੰ ਆਪਣੇ ਸੈਂਟਰ ਤੋਂ ਬਾਹਰ ਕੱਢ ਦਿੰਦੇ ਨੇ, ਇਹ ਕਹਿ ਕੇ ਕਿ ਅਸੀਂ ਪੈਸੇ ਤੇਰੇ ਕੋਲ ਨਹੀਂ ਹੈਗੇ। ਬਟ ਉਸ ਅਕਾਲ ਪੁਰਖ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਅਸੀਂ ਕਹਿੰਦੇ ਹਾਂ ਕਿ ਉਹਦਾ ਇਲਾਜ ਅਸੀਂ ਮੁਕੰਮਲ ਕਰਾਂਗੇ ਜੋ ਸਾਡੇ ਕੋਲ ਬਣ ਸਕਦਾ ਹੈ, ਔਰ ਅਸੀਂ ਉਹ ਕਰ ਰਹੇ ਹਾਂ। ਹੁਣ ਇੱਕ ਟੈਸਟ ਤੁਹਾਨੂੰ ਸਰਦਾਰ ਅੰਮ੍ਰਿਤਪਾਲ ਸਿੰਘ ਹੋਰ ਵੇਰਵਾ ਵੀ ਦੇ ਦੇਣਗੇ, ਜਿਹੜਾ ਟੈਸਟ ਅਸੀਂ 500 ਦਾ ਕਰ ਰਹੇ ਹਾਂ, ਬਾਹਰ 1800 ਦਾ ਹੋ ਰਿਹਾ। ਸਾਡੇ ਕੋਲ ਕੋਈ ਵੀ ਆਉਂਦਾ ਉਹ ਵਿਚਾਰਾ ਮਜਬੂਰੀ 'ਚ ਆਉਂਦਾ ਹੈ, ਬਿਮਾਰੀ 'ਚ ਆਉਂਦਾ ਹੈ, ਕੋਈ ਇੱਥੇ ਖੁਸ਼ੀ ਵਿੱਚ ਨਹੀਂ ਆਉਂਦਾ। ਸੋ ਇਹ ਇੱਕ ਨਿੱਜੀ ਆਪਣੀ ਨੀਅਤ ਹੈਗੀ ਹੈ, ਉਸ ਪਰਮਾਤਮਾ ਦਾ ਖੌਫ ਡਰ ਹੋਣਾ ਚਾਹੀਦਾ ਹੈ ਕਿ ਅਸੀਂ ਇਹੋ ਜਿਹੇ ਕੰਮਾਂ 'ਚ ਨਾ ਪਈਏ। ਨੀਅਤ ਦੀ ਜੇ ਗੱਲ ਕਰੀਏ ਕਿ ਦੇਖੋ ਆਖਿਰਕਾਰ ਉਹ ਚੀਜ਼ਾਂ ਮੈਂ ਟੈਕਨੀਕਲੀ ਇਹਨਾਂ ਤੋਂ ਹੀ ਪੁੱਛੂੰਗਾ, ਤੁਸੀਂ ਇੱਕ ਚੀਜ਼ ਦੱਸੋ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਘੱਟ ਮੁਨਾਫੇ ਤੇ, ਚਲੋ ਮੁਨਾਫਾ ਵੀ ਜ਼ਰੂਰੀ ਹੈ ਕਿਉਂਕਿ ਬੰਦੇ ਨੇ ਰੋਜੀ ਰੋਟੀ ਵੀ ਚਲਾਉਣੀ ਹੈ। ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਸੀਗੀ ਕਿ ਜੇਕਰ ਅਸੀਂ ਕਿਰਤ ਨਹੀਂ ਕਰਾਂਗੇ ਤਾਂ ਬੰਦਾ ਕਿੱਥੋਂ ਖਾਊਗਾ। ਜੇ ਇਹ ਘੱਟ ਚੀਜ਼ ਤੇ ਵੀ ਚਲਾਇਆ ਜਾਵੇ, ਤੁਸੀਂ ਸਮਝਦੇ ਹੋ ਕਿ ਲੋਕਾਂ ਦਾ ਸਾਥ ਹੋ ਜਾ ਮਿਲ ਜਾਂਦਾ, ਉਹੋ ਜੀ 10 ਦੀ ਥਾਵੇਂ 15 ਲੋਕ ਮਿਲ ਜਾਂਦੇ ਨੇਗੇ, 15 ਜਣੇ ਆ ਜਾਂਦੇ ਨੇਗੇ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਕਿਸੇ ਪ੍ਰਾਈਵੇਟ ਅਦਾਰੇ ਨਾਲ ਜਿਹੜੇ ਲੈਬੋਰਟਰੀ ਸੈਂਟਰ ਚੱਲ ਰਹੇ ਨੇ, ਅਸੀਂ ਆਪਣਾ ਕੰਪੈਰੀਜ਼ਨ ਉਹਦੇ ਨਾਲ ਕਰਾ ਸਕਦੇ ਹਾਂ। ਇੱਕ ਅੱਛੇ ਅਦਾਰੇ ਵਾਸਤੇ, ਲੈਬ ਸੈਂਟਰ ਵਾਸਤੇ 3 ਚੀਜ਼ਾਂ ਜ਼ਰੂਰੀ ਹੈਗੀਆਂ ਨੇ। ਉੱਥੋਂ ਦੀ ਸਾਫ਼ ਸਫਾਈ, ਡਾਕਟਰ ਦੀ ਕੁਆਲੀਫਿਕੇਸ਼ਨ ਅਤੇ ਇਕੁਇਪਮੈਂਟ ਜੋ ਲੱਗਿਆ ਹੋਇਆ ਹੈ, ਉਸ 'ਤੇ ਅਸੀਂ ਬਿਲਕੁਲ ਬਰਾਬਰ ਖੜੇ ਹਾਂ। ਹੁਣ ਇਹ ਸਭ ਕਰਨ ਦੇ ਬਾਵਜੂਦ ਵੀ ਅਸੀਂ ਮਾਰਕੀਟ ਤੋਂ 60-70% ਘੱਟ ਰੇਟ ਲੈ ਕੇ ਡਾਕਟਰਾਂ ਦੀਆਂ ਸੈਲਰੀਆਂ, ਆਪਣੇ ਖਰਚੇ ਇੱਥੋਂ ਦੇ ਜੋ ਮੇਨਟੇਨੈਂਸ ਦੇ ਹੈਗੇ ਨੇ, ਬਿਜਲੀ ਪਾਣੀ ਦਾ ਖਰਚਾ ਹੈ, ਉਹ ਪੂਰਾ ਕਰ ਰਹੇ ਹਾਂ। ਇਹ ਬਿਲਕੁਲ ਆਰਾਮ ਨਾਲ ਹੋ ਸਕਦਾ ਹੈ। ਸਿਰਫ ਗੱਲ ਇੱਕੋ ਹੀ ਹੈ, ਨੀਅਤ ਦੀ। ਅਤੇ ਤੁਸੀਂ ਦੂਸਰੇ ਨੂੰ ਕਮਿਸ਼ਨ ਵਾਲਾ ਜਿਹੜਾ ਕੰਮ ਸਾਡੀ ਇਸ ਜਮਾਤ ਵਿੱਚ ਚੱਲ ਰਿਹਾ ਹੈ, ਉਸ ਨੂੰ ਨਾ ਰੱਖੋ ਅਤੇ ਕੋਈ ਕਮੀ ਨਹੀਂ ਹੈ। ਤੁਸੀਂ ਮੁਨਾਫੇ ਨੂੰ ਛੱਡੋ। ਮਹਾਰਾਜ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਅਸੀਂ ਇਹ ਸੈਂਟਰ ਇੱਕ ਲੈਬ ਤੋਂ ਸ਼ੁਰੂ ਕਰਕੇ ਅੱਜ ਤੁਹਾਡੇ ਪਿੱਛੇ ਇੱਕ ਸਿਟੀ ਸਕੈਨ ਦੀ ਮਸ਼ੀਨ ਬਣ ਗਈ ਹੈ। ਇਹ ਸਾਰਾ ਇੱਥੋਂ ਹੀ ਬਣਿਆ ਹੈਗਾ। ਅਸੀਂ ਕਿਸੇ ਤੋਂ 1 ਰੁਪਇਆ ਨਹੀਂ ਲਿੱਤਾ। ਇਸ ਸੈਂਟਰ ਦੀ ਇੱਕ ਹੋਰ ਖਾਸੀਅਤ ਹੈਗੀ ਹੈ, ਅਸੀਂ 1 ਰੁਪਏ ਦੀ ਡੋਨੇਸ਼ਨ ਕਿਸੇ ਤੋਂ ਨਹੀਂ ਲਿੱਤੀ, ਕੋਈ ਚੈਰੀਟੇਬਲ ਨਾਮ ਨਹੀਂ ਵਰਤਦੇ। ਬਿਲਕੁਲ ਜੋ ਸਾਡੀ ਕਮਾਈ ਹੈ ਉਸ 'ਚੋਂ ਆਪਣਾ ਦਸਵੰਧ ਕੱਢ ਕੇ ਅੱਗੇ ਨੂੰ ਵਧਾ ਰਹੇ ਹਾਂ। ਅੰਮ੍ਰਿਤਪਾਲ ਜੀ ਇੱਕ ਚੀਜ਼ ਦੱਸੋ ਕਿ ਜਦੋਂ ਸਾਡੇ ਦਰਸ਼ਕ ਵੀ ਦੇਖਣਗੇ, ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ, ਉਹ ਕਈ ਚੁਭਵੇਂ ਵੀ ਹੋ ਜਾਂਦੇ ਨੇ। ਤੁਹਾਨੂੰ ਮੈਂ ਸਿੱਧਾ ਪੁੱਛਣਾ ਚਾਹੂੰਗਾ ਕਿ ਆਖਿਰਕਾਰ ਤੁਸੀਂ ਇਹ ਪੂਰਾ ਸੈਂਟਰ ਚਲਾ ਰਹੇ ਹੋ, ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਇਹਨਾਂ ਕੋਲ ਤਾਂ ਬਾਹਰੋਂ ਪੈਸਾ ਆ ਜਾਂਦਾ ਹੋਊਗਾ। ਇਹ ਇੱਕ ਆਮ ਤਰਕ ਬਣ ਗਿਆ ਹੈਗਾ, ਹੈ ਵੀ ਹੈ ਕਈ ਜਗ੍ਹਾ ਤੇ, ਕਈ ਆਰਗੇਨਾਈਜੇਸ਼ਨਾਂ ਕਰਦੀਆਂ ਵੀ ਨੇ ਇਹ ਕੰਮ।
ਕਿ ਬਾਹਰੋਂ ਪੈਸਾ ਆਉਂਦਾ ਹੋਊਗਾ, ਲੋਕ ਦਾਨ ਦੇ ਦਿੰਦੇ ਹੋਣੇ ਜੀ। ਤੁਸੀਂ ਦੱਸੋ ਕਿ ਤੁਸੀਂ ਜਿਹੜਾ ਪੂਰਾ ਸੈਂਟਰ ਚਲਾ ਰਹੇ ਹੋ, ਕੋਈ ਬਾਹਰੋਂ ਰੁਪਈਆ ਆਉਂਦਾ ਹੈ, ਕੋਈ ਬਾਹਰੋਂ ਪੈਸਾ ਆਉਂਦਾ ਹੈ, ਜਾਂ ਫਿਰ ਸਿਰਫ ਇਹੀ ਹੈ ਕਿ ਲੋਕਾਂ ਨੂੰ ਮੋੜ ਰਹੇ ਹੋ ਤੁਸੀਂ? ਮੈਂ ਵੀਰ ਜੀ 2000 ਤੁਹਾਨੂੰ ਦੱਸਿਆ ਸੀ 2006 ਤੋਂ ਪਹਿਲਾਂ ਲੈਬ ਸ਼ੁਰੂ ਕੀਤੀ ਸੀ। ਲੈਬ ਦੇ ਕੰਮ ਨੂੰ ਵਧਾਉਂਦੇ ਅਸੀਂ 6 ਮਹੀਨੇ ਤਕਰੀਬਨ 8 ਮਹੀਨੇ ਸਾਲ ਬਾਅਦ ਅਸੀਂ ਇੱਥੇ ਐਕਸਰੇ ਮਸ਼ੀਨ ਲਗਾਈ। ਉਹਦਾ ਕੰਮ ਸਾਡਾ ਵਧਣਾ ਸ਼ੁਰੂ ਹੋਇਆ, ਅਸੀਂ ਅਲਟਰਾਸਾਊਂਡ ਦੀ ਮਸ਼ੀਨ ਲਗਾਈ। ਹੁਣ ਅੱਜ ਅਸੀਂ 3 ਸਾਲ ਪਹਿਲਾਂ ਸਿਟੀ ਸਕੈਨ ਦੀ ਮਸ਼ੀਨ ਲਗਾਈ ਹੈ। ਮਤਲਬ 2006 ਤੋਂ ਅੱਜ ਤੱਕ ਕਦੀ ਵੀ ਕਿਸੇ ਸੰਗਤ ਦੇ ਵਿੱਚ ਕਿਸੇ ਨੂੰ 1 ਰੁਪਏ ਦੀ ਅਪੀਲ ਨਹੀਂ ਕੀਤੀ ਗਈ। ਸਾਡੇ ਪੂਰੇ ਸੈਂਟਰ ਤੁਸੀਂ ਘੁੰਮ ਕੇ ਦੇਖੋ, ਤੁਹਾਨੂੰ ਕਦੇ ਕਿਤੇ ਲੱਗਿਆ ਨਹੀਂ ਮਿਲੇਗਾ ਕਿ ਸਾਨੂੰ 2 ਰੁਪਏ ਦੀ ਡੋਨੇਸ਼ਨ ਦਿਓ। ਈਵਨ ਤੁਹਾਨੂੰ ਹੋਰ ਗੱਲ ਦੱਸਾਂਗਾ, ਤੁਹਾਨੂੰ ਖੁਸ਼ੀ ਹੋਏਗੀ, ਸਾਡੇ ਕੋਲ ਅਗਰ ਕੋਈ ਡੋਨੇਸ਼ਨ ਦੇਣ ਆਉਂਦਾ ਵੀ ਹੈ ਤੇ ਸਿਰਫ ਗੁਰਦੁਆਰਾ ਸਾਹਿਬ ਭੇਜ ਦਿੰਦੇ ਹਾਂ ਕਿ ਤੁਸੀਂ ਗੁਰਦੁਆਰੇ ਦੇ ਕਿਸੇ ਕਾਰਜ 'ਚ ਡੋਨੇਸ਼ਨ ਦੇ ਦਿਓ, ਸਾਨੂੰ ਆਪਣੇ ਮੈਡੀਕਲ ਸੈਂਟਰ ਨੂੰ ਚਲਾਉਣ ਵਾਸਤੇ ਡੋਨੇਸ਼ਨ ਨਹੀਂ ਚਾਹੀਦੀ। ਯਾਨੀ ਕਿ ਜਿਹੜੇ ਸਾਖੀ ਗੁਰਜੋਤ ਵੀਰ ਜੀ ਖੁਦ ਨੇ ਕਿ ਇਹਨਾਂ ਕੋਲ ਕਿੰਨੀ ਵਾਰੀ ਲੋਕ ਜਾ ਕੇ ਕਹਿੰਦੇ ਨੇ ਕਿ ਸਾਨੂੰ ਗੁਰਦੁਆਰਾ ਤੁਹਾਡੇ ਸੈਂਟਰ ਤੋਂ ਭੇਜਿਆ ਗਿਆ, ਅਸੀਂ ਕੋਈ ਡੋਨੇਸ਼ਨ ਦੇਣਾ ਚਾਹੁੰਦੇ ਹਾਂ। ਉਸ ਤੋਂ ਇਲਾਵਾ ਅਸੀਂ ਆਪਣੇ ਦਸਵੰਧ ਵਿੱਚੋਂ ਜਿਹੜਾ ਅਸੀਂ ਇਹ ਸੈਂਟਰ ਨੂੰ ਚਲਾ ਕੇ, ਕਿਉਂਕਿ ਅਸੀਂ ਇਸ ਚੀਜ਼ ਦੀ ਅਪੀਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਸੀਂ ਆਪਣੇ ਦਸਵੰਧ ਵਿੱਚੋਂ ਸਾਰਾ ਕੁਝ ਕਰ ਰਹੇ ਹਾਂ। ਤਕਰੀਬਨ 5 ਤੋਂ 6 ਪੇਸ਼ੈਂਟ ਇੱਦਾਂ ਦੇ ਨੇ ਜਿਨ੍ਹਾਂ ਦੀਆਂ ਕਿਡਨੀ ਟ੍ਰਾਂਸਪਲਾਂਟ ਹੋਈਆਂ ਹੋਈਆਂ, ਅਸੀਂ ਉਹਨਾਂ ਦੀ ਦਵਾਈਆਂ ਦਾ ਖਰਚਾ ਆਪਣੇ ਸੈਂਟਰ ਵੱਲੋਂ ਕਰਦੇ ਹਾਂ, ਜਿਹਦੇ ਲਈ ਕਿ 2 ਰੁਪਏ ਕਿਸੇ ਕੋਲ ਇਕੱਠੇ ਨਹੀਂ ਕੀਤੇ ਜਾਂਦੇ। ਯਾਨੀ ਕਿ ਜੇ ਦੇਖਿਆ ਜਾਵੇ ਤੁਸੀਂ ਇੰਨੇ ਘੱਟ ਰੇਟ ਤੇ ਟੈਸਟ ਵੀ ਕਰ ਰਹੇ ਹੋ, ਉਹ ਕਰਨ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਜੇ ਕਹੀਏ ਕਿ ਜਦੋਂ ਨੀਅਤ ਸਿੱਧੀ ਹੈ ਤਾਂ ਪੈਸਾ ਫਿਰ ਵੀ ਬਚ ਜਾਂਦਾ। ਤੁਸੀਂ ਇੱਕ ਲੈਬ ਤੋਂ ਅੱਜ ਇਸ ਮੁਕਾਮ ਤੱਕ ਪਹੁੰਚ ਚੁੱਕੇ ਹੋ ਕਿ ਐਕਸਰੇ ਮਸ਼ੀਨ, ਅਲਟਰਾਸਾਊਂਡ, ਸਿਟੀ ਸਕੈਨ, ਉਹ ਮਹਿੰਗੀਆਂ ਮਸ਼ੀਨਾਂ ਵੀ ਲਾ ਲੀਆਂ ਜਿਹੜੀਆਂ ਕਿ ਸ਼ਾਇਦ ਆਮ ਬੰਦਾ ਸੋਚਦਾ, ਕਈ ਮੁਨਾਫੇ ਵਾਲੇ ਵੀ ਨਹੀਂ ਲਾ ਪਾਉਂਦੇ ਹੈਗੇ ਉਸ ਚੀਜ਼ ਨੂੰ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਦੱਸ ਰਿਹਾ ਜੀ, ਅਸੀਂ ਇਹ ਸੈਂਟਰ ਦੇ ਨਾਲ ਨਾਲ ਹੋਰ ਪੱਖਾਂ ਦੇ ਵਿੱਚ ਵੀ ਜਿਹੜੀ ਕੰਮ ਕਰਦੇ ਹਾਂ, ਅਸੀਂ ਸੇਵਾਵਾਂ ਕਰਦੇ ਹਾਂ। ਜਿਵੇਂ ਗੁਰਦੁਆਰਾ ਸਾਹਿਬ ਨੂੰ ਕਦੀ ਕਿਸੇ ਤਰ੍ਹਾਂ ਦੀ ਕੋਈ ਕੰਮ ਦੀ ਜ਼ਰੂਰਤ ਪੈਂਦੀ ਹੈ, ਸਾਨੂੰ ਆਵਾਜ਼ ਮਾਰਦੇ ਨੇ, ਅਸੀਂ ਇਹਨਾਂ ਨੂੰ ਆਵਾਜ਼ ਮਾਰਦੇ ਹਾਂ। ਮੇਰੇ ਸੈਂਟਰ ਦੇ ਚੱਲਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਜਿਨ੍ਹਾਂ ਨੇ 2006 ਤੋਂ ਲੈ ਕੇ ਅੱਜ ਤੱਕ ਮੇਰੇ ਤੇ ਪੂਰਨ ਵਿਸ਼ਵਾਸ ਦਿਖਾਇਆ। ਜਿੱਦਾਂ ਮੈਂ ਕਿਹਾ, ਮੈਨੂੰ ਕਦੀ ਮੇਰੀ ਕਿਸੇ ਗੱਲ ਨੂੰ ਮੋੜਿਆ ਨਹੀਂ ਗਿਆ। ਜਿੱਦਾਂ ਮੈਂ ਕਿਹਾ, ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਚਲਾਇਆ, ਜਿਹਦੇ ਕਰਕੇ ਕਿ ਮੈਂ ਅੱਜ ਇੱਥੇ ਪਹੁੰਚਿਆ। ਇਹਦੇ ਇਲਾਵਾ ਅਸੀਂ ਐਂਬੂਲੈਂਸ ਦੀ ਸਰਵਿਸ, ਡੈੱਡ ਬੋਡੀ ਵਾਲਾ ਫਰਿੱਜ, ਇਹ 2 ਸਰਵਿਸ ਵੀ ਅਸੀਂ ਨਾਲ ਦਿੰਦੇ ਹਾਂ। ਤੁਸੀਂ ਹੈਰਾਨ ਹੋਵੋਗੇ, 2 ਸਰਵਿਸ ਵਾਸਤੇ ਵੀ ਅਸੀਂ ਕਦੀ ਕਿਸੇ ਕੋਲੋਂ ਪੈਸੇ ਨਹੀਂ ਮੰਗਦੇ, ਡੋਨੇਸ਼ਨ ਦੇ ਰੂਪ ਦੇ ਵਿੱਚ। ਐਂਬੂਲੈਂਸ ਸਾਡੀ ਗਈ ਹੈ, ਕੋਈ ਪੈਸੇ ਦੇਣਾ ਚਾਹੁੰਦਾ ਦੇਗਾ, ਅਸੀਂ ਲਵਾਂਗੇ, ਨਹੀਂ ਦੇਣਾ ਚਾਹੁੰਦਾ ਤਾਂ ਵੀ ਛੱਡ ਕੇ ਆਵਾਂਗੇ। ਮਤਲਬ ਅਸੀਂ ਆਪਣੀ ਐਂਬੂਲੈਂਸ ਤੇ ਲਖਨਊ, ਗੋਰਖਪੁਰ ਤੱਕ ਵੀ ਪੇਸ਼ੈਂਟ ਫ੍ਰੀ 'ਚ ਛੱਡੇ ਹੋਏ ਆ, ਡੈੱਡ ਬੋਡੀਆਂ, ਜਿਹਦੇ ਕਿ ਅਸੀਂ ਉਹਨਾਂ ਕੋਲ ਕੁਝ ਚਾਰਜ ਨਹੀਂ ਕੀਤਾ। ਅਸੀਂ ਉਹ ਸੇਵਾਵਾਂ ਵੀ ਆਪਣੇ ਇਹ ਸੈਂਟਰ ਦੀ ਇਨਕਮ ਦੇ ਵਿੱਚੋਂ ਹੀ ਕਰਦੇ ਹਾਂ। ਤਾਂ ਅਮਰਿਤਪਾਲ ਜੀ, ਕੋਈ ਚੀਜ਼ ਉਹ ਦੱਸੋ ਕਿ ਜਿਵੇਂ ਅਸੀਂ ਸੁਣਦੇ ਹਾਂ ਤਰਕ ਬਣੇ ਹੋਏ ਨੇ ਕਿ ਕਿਸੇ ਡਾਕਟਰ ਦਾ ਕਮਰਾ ਤਿਆਰ ਕਰਾ ਦਿਓ, ਕਿਸੇ ਡਾਕਟਰ ਦਾ ਹਸਪੀਟਲ ਤਿਆਰ ਕਰਾ ਦਿਓ। ਉਹ ਜਿਹੇ ਡਾਕਟਰਾਂ ਦੇ ਜਦੋਂ ਟੈਸਟ ਆ ਜਾਂਦੇ ਹੋਣੇ, ਕਦੇ ਇਹ ਵੀ ਹੋਇਆ ਵੀ ਅੱਗੇ ਰਿਪੋਰਟਾਂ ਮੰਨਣ ਤੋਂ ਮਨਾ ਕਰਤਾ ਹੋਵੇ? ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਮਰੀਜ਼ ਜਦੋਂ ਕੋਈ ਬਿਮਾਰੀ ਤੋਂ, ਜੇ ਕਹੀਏ ਕਿ ਮਰੀਜ਼ ਹੁੰਦਾ ਜਿਹੜਾ, ਉਹਨੂੰ ਜੇ ਡਾਕਟਰ ਕਹਿ ਦਿੰਦਾ ਨਾ ਵੀ ਦਵਾਈ ਮੈਨੂੰ ਦਿਖਾ ਕੇ ਜਾਈਂ, ਉਹਦੇ ਮਕਸਦ ਕਈ ਹੋਰ ਤਰ੍ਹਾਂ ਦੇ ਵੀ ਹੁੰਦੇ ਨੇ। ਕਈ ਵਾਰ ਰਿਪੋਰਟ ਜਦੋਂ ਦਿਖਾਉਣ ਜਾਂਦਾ ਹੈ ਕਹਿੰਦਾ ਨਹੀਂ ਹੈਗਾ ਕਿ ਇਹ ਤਾਂ ਮੇਰੇ ਵਾਲੇ ਕੋਲ ਗਿਆ ਨਹੀਂ ਸ਼ਾਇਦ ਇਸ ਵਾਰ। ਸਾਡੇ ਕੋਲ ਵੀ ਜੀ ਕਈ ਵਾਰ ਇੱਦਾਂ ਦੀ ਰਿਪੋਰਟਾਂ ਵਾਪਸ ਆਉਂਦੀਆਂ। ਸਾਡੇ ਕੋਲ ਜਿਹੜੇ ਚੰਗੇ ਡਾਕਟਰ ਨੇ ਉਹ ਤਾਂ ਚਲੋ ਕਈ ਵਾਰ ਸਾਡੀ ਰਿਪੋਰਟ 'ਚ ਹੁਣ ਤਾਂ ਹੀ ਹੁੰਦੀ ਹੈ ਉੱਪਰ ਨੀਚੇ, ਸਾਨੂੰ ਫੋਨ ਆ ਜਾਂਦਾ ਵੀ ਤੁਹਾਨੂੰ ਮੈਨੂੰ ਡਾਊਟ ਹੈ, ਮੈਨੂੰ ਡਾਊਟ ਦੂਰ ਕਰ ਦਿਓ, ਅਸੀਂ ਕਰਕੇ ਵੀ ਦਿੰਦੇ ਹਾਂ। ਪਰ ਕਈ ਡਾਕਟਰ ਇੱਦਾਂ ਦੇ ਆ ਜਿਨ੍ਹਾਂ ਦੇ ਨਾਲ ਸਾਡੀ ਸੈਟਿੰਗ ਨਹੀਂ ਹੈ, ਜਿਹਨਾਂ ਦੀ ਬਾਹਰ ਪ੍ਰਾਈਵੇਟ ਸੈਟਿੰਗ ਹੈਗੀ, ਉਹ ਸਾਡੀ ਰਿਪੋਰਟ ਨੂੰ ਦੇਖ ਕੇ ਕਹਿੰਦੇ ਮੇਰੀ ਰਿਪੋਰਟ ਠੀਕ ਨਹੀਂ ਹੈ, ਫਿਰ ਸਾਨੂੰ ਪੇਸ਼ੈਂਟ ਨੂੰ ਸੈਟੀਸਫਾਈਡ ਕਰਨਾ ਪੈਂਦਾ ਵੀ ਨਹੀਂ ਤੁਹਾਡੀ ਰਿਪੋਰਟ ਠੀਕ ਹੈ। ਅਸੀਂ ਕਈ ਵਾਰੀ ਆਪਣੇ ਪੇਸ਼ੈਂਟਾਂ ਨੂੰ ਆਪਣੇ ਖਰਚੇ ਤੇ ਬਾਹਰ SRL ਜਾਂ ਹੋਰ ਜਿਹੜੇ ਵੱਡੇ ਬ੍ਰਾਂਡ ਦੀ ਲੈਬਸ ਨੇ ਉਹ ਤੋਂ ਟੈਸਟ ਕਰਾ ਕੇ ਵੀ ਦਿੱਤੇ ਹੋਏ ਨੇ, ਵੀ ਕਮ ਸੇ ਕਮ ਬੰਦੇ ਨੂੰ ਇਹ ਲੱਗੇ ਵੀ ਟੈਸਟ ਗਲਤ ਨਹੀਂ ਹੋਇਆ, ਇਹਦੇ ਵਿੱਚ ਝੋਲ ਕੋਈ ਹੋਰ ਚੀਜ਼ ਦਾ। ਬਿਲਕੁਲ, ਅਸੀਂ ਆਪਣੇ ਖਰਚੇ ਤੇ ਟੈਸਟ ਕਰਾ ਕੇ ਦਿੱਤੇ ਨੇ। ਮੰਨ ਲਓ ਕਿ ਅਗਰ ਅਸੀਂ ਕੋਈ 100 ਬੰਦਿਆਂ ਨੂੰ ਇੱਦਾਂ ਅਸੀਂ ਰਿਪੀਟ 'ਚ ਟੈਸਟ ਕਰਾ ਕੇ ਦਿੱਤੇ ਆ ਤੇ ਉਹਦੇ ਵਿੱਚੋਂ ਤਕਰੀਬਨ 70-80% ਰਿਪੋਰਟਾਂ ਠੀਕ ਨਿਕਲਦੀਆਂ, ਕਈ ਵਾਰ 20-30% ਰਿਪੋਰਟ ਉਹਦੇ 'ਚ ਹੁੰਦੀ ਵੀ ਹੈ ਕਿ ਕੋਈ ਚੇਂਜਸ ਹੁੰਦੀਆਂ, ਅਸੀਂ ਮੰਨਦੇ ਹਾਂ। ਕਿਉਂਕਿ ਜਦੋਂ ਕੰਮ ਕਰਨਾ ਰਿਪੋਰਟਾਂ ਦੇ ਵਿੱਚ, ਅਸੀਂ ਜਦੋਂ ਕੰਮ ਕਰਨਾ ਹੈ ਸਾਡੇ ਕੋਲ ਫੁੱਲੀ ਆਟੋਮੇਟਿਡ ਹੈ। ਕਈ ਵਾਰ ਇੱਦਾਂ ਦੇ ਐਰਰ ਆਉਂਦੇ ਜਿਹੜੇ ਅਸੀਂ ਵੀ ਨਹੀਂ ਪਕੜ ਸਕਦੇ। ਪਰ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਡਾਕਟਰ ਨੂੰ ਕਿਤੇ ਸਾਡੀ ਰਿਪੋਰਟ ਤੇ ਡਾਊਟ ਹੈ, ਸਾਨੂੰ ਦੱਸੇ, ਅਸੀਂ ਉਹਦੀ ਦੁਬਾਰਾ ਤਸੱਲੀ ਨਾਲ ਜਾਂਚ ਕਰਕੇ ਵਾਪਸ ਰਿਪੋਰਟ ਦੇਣ ਨੂੰ ਤਿਆਰ ਹਾਂ। ਯਾਨੀ ਕਿ ਇਹ ਮਹਿਸੂਸ ਹੋ ਜਾਂਦਾ ਕਦੇ-ਕਦੇ ਕਿ ਆਖਿਰਕਾਰ ਕਿ ਸ਼ਾਇਦ ਸਾਡੀਆਂ ਰਿਪੋਰਟਾਂ ਨੂੰ ਕਿਉਂ ਮੋੜਿਆ ਜਾਂਦਾ ਹੈ, ਕਿਉਂ ਉਹ ਕਰਿਆ ਜਾਂਦਾ ਹੈ, ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋ ਹੀ ਜਾਂਦਾ। ਫਿਰ ਮੈਂ ਤੁਹਾਨੂੰ ਵੀਰ ਜੀ ਅੱਜ ਤੋਂ ਤਕਰੀਬਨ 4-5 ਸਾਲ ਪੁਰਾਣਾ ਇੱਕ ਵਾਕਿਆ ਦੱਸਣਾ ਚਾਹੁੰਦਾ। ਇੱਕ ਪੇਸ਼ੈਂਟ ਮੇਰੇ ਕੋਲ ਰਿਪੋਰਟ ਲੈ ਕੇ ਵਾਪਸ ਆਇਆ। ਮੈਂ ਹੁਣ ਬਾਹਰਲੇ ਸੈਂਟਰ ਹੈ, ਡਾਕਟਰ ਦਾ ਨਾਮ ਨਹੀਂ ਦੱਸਦਾ ਤੁਹਾਨੂੰ, ਪਰ ਮੈਂ ਹੈਰਾਨ ਸੀ ਉਹ ਡਾਕਟਰ ਸਾਹਿਬ ਤੇ ਕਿ ਜਿਹੜੇ ਡਾਕਟਰ ਸਾਹਿਬ ਨੇ ਮੇਰੇ ਕੋਲ ਅਲਟਰਾਸਾਊਂਡ ਕੀਤਾ, ਉਹੀ ਡਾਕਟਰ ਸਾਹਿਬ ਮੇਰੇ ਕੋਲ ਮਸ਼ੀਨ ਵੀ ਮੇਰੇ ਕੋਲ ਉਹੀ ਲੱਗੀ ਹੋਈ ਜਿਹਦੇ ਤੇ ਮੈਂ ਅਲਟਰਾਸਾਊਂਡ ਕਰ ਰਿਹਾ, ਤੇ ਉਹੀ ਡਾਕਟਰ ਸ਼ਾਮ ਨੂੰ ਕਿਤੇ ਹੋਰ ਜਾਂਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ, ਉੱਥੇ ਵੀ ਡਾਕਟਰ ਉਹੀ ਜੋਬ ਕਰਦੇ ਨੇ, ਮਸ਼ੀਨ ਵੀ ਉੱਥੇ ਉਹੀ ਲੱਗੀ ਹੋਈ ਆ। ਹੁਣ ਉਹ ਪੇਸ਼ੈਂਟ ਮੇਰੇ ਕੋਲ ਰਿਪੋਰਟ ਲੈ ਕੇ ਗਿਆ ਡਾਕਟਰ ਦੇ ਕੋਲ ਦਿਖਾਉਣ ਵਾਸਤੇ, ਤੇ ਮੇਰੀ ਰਿਪੋਰਟ ਦੇਖਣ ਨੂੰ ਉਹਨੇ ਮਨਾ ਕਰਤਾ, ਇਹ ਰਿਪੋਰਟ ਠੀਕ ਨਹੀਂ ਹੈ।
ਪਰ ਉਹੀ ਸੈਂਟਰ ਦੀ ਰਿਪੋਰਟ ਲੈ ਗਿਆ ਜਿੱਥੋਂ ਡਾਕਟਰ ਸ਼ਾਮ ਨੂੰ ਬੈਠਦਾ ਸੀ, ਉਹਦੀ ਰਿਪੋਰਟ ਉਹਨਾਂ ਨੇ ਮੰਨ ਲਈ ਵੀ ਰਿਪੋਰਟ ਠੀਕ ਹੈ। ਤੁਸੀਂ ਆਪ ਦੱਸੋ ਤੇ ਮੈਂ ਕੀ ਦੱਸਾਂ, ਕੀ ਕਹਾਂ ਪੇਸ਼ੈਂਟ ਨੂੰ, ਕੀ ਸਮਝਾਵਾਂ ਕਿ ਮੇਰੀ ਰਿਪੋਰਟ 'ਚ ਕੀ ਫਰਕ ਹੈ ਤੇ ਉਹਦੀ ਰਿਪੋਰਟ 'ਚ ਕੀ ਫਰਕ ਹੈ। ਅਸੀਂ ਦੇਖਿਆ ਲੋਕਾਂ ਦੀ ਲਾਈਨਾਂ ਬਹੁਤ ਲੱਗੀਆਂ ਬਾਹਰ, ਬੜੇ ਲੋਕ ਆ ਰਹੇ ਨੇ ਇਸ ਚੀਜ਼ ਤੋਂ। ਲੋਕ ਵੀ ਸ਼ਾਇਦ ਸਮਝ ਚੁੱਕੇ ਹੈਗੇ ਨੇ ਕਿ ਜੇਕਰ ਸਾਨੇ, ਕਿਉਂਕਿ ਬਹੁਤ ਚੰਗੇ ਡਾਕਟਰ ਵੀ ਹੈਗੇ ਨੇ, ਚੰਗੇ ਲੈਬਾਂ ਵਾਲੇ ਵੀ ਹੈਗੇ ਨੇਗੇ, ਸਾਰੇ ਤਰ੍ਹਾਂ ਦੀ ਮਿਲੀ ਜੁਲੀ ਦੁਨੀਆ ਬਣੀ ਹੋਈ ਹੈ। ਲੋਕ ਯਕੀਨ ਕਰ ਰਹੇ ਨੇ ਅੱਜ, ਤੇ ਜਿਹੜੇ ਲੋਕ ਲਗਾਤਾਰ ਆ ਰਹੇ ਨੇ ਤੁਹਾਡੇ ਕੋਲ, ਸਮਝ ਸਕਦੇ ਆ ਕਿ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਵੀ ਇਹ ਚੀਜ਼ਾਂ ਹੁਣ ਬੈਠ ਗਈਆਂ ਨੇ, ਸਮਝ ਗਏ ਨੇ ਉਹ ਕਿ ਠੀਕ ਕਿੱਥੇ ਤੇ ਗਲਤ ਕਿੱਥੇ ਹੋ ਰਿਹਾ। ਵੀਰ ਜੀ ਤਕਰੀਬਨ 2006 ਤੋਂ ਅੱਜ ਤੱਕ ਜਦੋਂ ਮੈਂ ਸੈਂਟਰ ਚਲਾਇਆ, ਮੈਂ ਪਿਛਲੇ 4 ਸਾਲ 'ਚ ਮੰਨਿਆ, ਮਤਲਬ ਇਹ ਦੇਖਿਆ ਮੈਂ ਮਾਰਕੀਟ ਦੇ, ਚੰਡੀਗੜ੍ਹ ਦੇ ਤਾਂ ਵੈਸੇ ਵੀ ਸੂਝਵਾਨ ਲੋਕ ਨੇ ਕਾਫੀ, ਪਰ ਡਾਇਗਨੋਸਟਿਕ ਲਾਈਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੜਾ ਬਦਲਾਅ ਆਇਆ। ਸਾਨੂੰ ਵੇਖ ਕੇ ਤਕਰੀਬਨ ਪਿਛਲੇ 4-5 ਸਾਲਾਂ 'ਚ ਕਈ ਐਂਬੂਲੈਂਸ ਸੈਂਟਰ ਹੋਰ ਖੁੱਲ ਚੁੱਕੇ ਨੇ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਸਾਰੇ ਦੇ ਸਿਰ ਤੇ ਮੇਰੇ ਪਰ ਹੱਥ ਰੱਖੇ, ਸਾਰਿਆਂ ਨੂੰ ਇਹੀ ਨਿੱਘੀ ਸੋਚ ਬਖਸ਼ੇ ਕਿ ਇਹ ਜਿਹੜਾ ਕੀਤਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਅਸੀਂ ਉਹਨੂੰ ਬੜੀ ਇਮਾਨਦਾਰੀ ਨਾਲ, ਬੜੀ ਉਹਦੇ ਨਾਲ ਨਿਭਾਈਏ, ਜਿਹਦੇ ਨਾਲ ਕਿ ਲੋਕਾਂ ਨੂੰ ਸਾਡੇ ਤੋਂ ਫਾਇਦਾ ਹੋਵੇ। ਲੋਕੀ ਸਾਨੂੰ ਅੰਦਰੋਂ ਦਿਨਾਂ 'ਚ ਗਾਲਾਂ ਨਾ ਕੱਢਣ ਵੀ ਇਹ ਅਸੀਂ ਇੱਥੇ ਗਏ ਸੀ ਕੰਮ ਕਰਾਉਣ ਤੇ ਸਾਡੀ ਲੁੱਟ ਹੋ ਗਈ। ਬਿਲਕੁਲ ਵੀਰ ਜੀ, ਤੁਹਾਨੂੰ ਬਾਅਦ 'ਚ ਪੁੱਛੂੰਗਾ ਜੀ। ਗੁਰਜੋਤ ਜੀ, ਤੁਹਾਨੂੰ ਇਸ ਲਈ ਕਿ ਆਖਰਕਾਰ ਬਹੁਤ ਸਾਰੇ, ਜਦੋਂ ਤੁਹਾਨੇ ਇਹ ਸ਼ੁਰੂ ਕਰਿਆ, ਇੱਕ ਕਨਸੈਪਟ ਸ਼ੁਰੂ ਕਰਿਆ, ਉਹਦੇ ਵਿੱਚ ਲੋਕਾਂ ਨੂੰ ਫਾਇਦਾ ਹੋ ਗਿਆ, ਜ਼ਾਹਿਰ ਜੀ ਗੱਲ ਸੀਗੀ ਕਿ ਹੁਣ ਅੱਗੇ ਵੱਧ ਰਹੀ ਹੈ ਚੀਜ਼। ਕਦੇ ਆਇਆ ਕਿ ਕਿਸੇ ਪਾਸਿਓਂ ਲਾਲਚ ਵੀ ਆਏ ਹੋਣ ਕਿ ਜਾਂ ਤੁਸੀਂ ਬੰਦ ਕਰ ਦਿਓ ਜਾਂ ਘਟਾ ਦਿਓ ਆਪਦਾ, ਕਿਉਂਕਿ ਜਿੰਨੀਆਂ ਵੱਡੀਆਂ ਲੈਬਸ ਵੀ ਅੱਜ ਕੰਮ ਕਰ ਰਹੀਆਂ ਹੈਗੀਆਂ ਨੇ, ਉਹ ਪੂਰੀ ਮਾਰਕੀਟ ਤੇ ਨਿਗਾਹ ਰੱਖਦੀਆਂ ਨੇ ਤੇ ਇਹ ਚੀਜ਼ ਦੇਖਣ ਨੂੰ ਮਿਲ ਜਾਂਦੀ ਹੈ ਕਿਤੇ ਨਾ ਕਿਤੇ। ਦੇਖੋ, ਇਸ ਤਰ੍ਹਾਂ ਇਹੋ ਜਿਹੀ ਵਾਕਿਆ ਸਾਡੇ ਕੋਲ ਨਾ ਆ ਸਕਦਾ ਨਾ ਆਏਗਾ, ਕਿਉਂਕਿ ਸਾਡੇ ਉੱਪਰ ਉਸ ਗੁਰੂ ਨਾਨਕ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਹੈਗਾ। ਪਰ ਮੈਂ ਇੱਕ ਤੁਹਾਡੇ ਰਾਹੀਂ ਇੱਕ ਬੇਨਤੀ ਸੰਗਤਾਂ ਨੂੰ, ਤੁਹਾਡੇ ਦਰਸ਼ਨ ਵਿਊਅਰਸ ਨੂੰ ਦੇਣਾ ਚਾਹੁੰਦਾ ਹਾਂ ਕਿ ਚੈਰੀਟੇਬਲ ਨਾਮ ਪੜ੍ਹ ਕੇ ਆਪਾਂ ਕਿਧਰੇ ਡੋਨੇਸ਼ਨ ਇੱਦਾਂ ਨਾ ਦੇਈਏ, ਕਿਉਂਕਿ ਅੱਜ ਇੱਕ ਟ੍ਰੈਂਡ ਚੱਲ ਪਿਆ ਹੈ ਕਿ ਤੁਸੀਂ ਚੈਰੀਟੇਬਲ ਦਾ ਨਾਮ ਲਿਖੋ। ਹੁਣ ਇੱਥੇ ਕਈ ਹਾਰਟ ਦਾ ਚੈਰੀਟੇਬਲ ਬਣਾ ਕੇ ਬੈਠ ਗਏ ਨੇ, ਕੋਈ ਦੰਦਾਂ ਦਾ ਬੈਠ ਗਿਆ, ਕੋਈ ਅੱਖਾਂ ਦਾ ਬੈਠ ਗਿਆ। ਸੋ ਇਹ ਗਲਤ ਟ੍ਰੈਂਡ ਸ਼ੁਰੂ ਹੋ ਗਿਆ। ਜੇ ਤੁਸੀਂ ਡੋਨੇਸ਼ਨ ਦੇਣੀ ਹੈ, ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਡਾਇਰੈਕਟ ਉਸ ਪੇਸ਼ੈਂਟ ਨਾਲ ਮਿਲਾਵਾਂਗੇ ਜਿਹਨੂੰ ਤੁਸੀਂ ਸੈਟੀਸਫਾਈ ਕਰੋ, ਜਿਹਨੂੰ ਸਾਨੂੰ ਉਹਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈਗੀ ਹੈ। ਤੁਸੀਂ ਉਹਦੇ ਹੋਰ ਵੀ ਇਲਾਜ ਨੇ, ਦਵਾਈ ਹੈ, ਕਿਸੇ ਦਾ ਆਪਰੇਸ਼ਨ ਹੈ, ਉਹਨੂੰ ਦਿਓ। ਸੋ ਪ੍ਰੈਕਟੀਕਲੀ ਚੀਜ਼ ਨੂੰ ਕਰੋ। ਸਾਨੂੰ ਇਹੋ ਜਿਹਾ ਕੋਈ ਡਰ ਨਹੀਂ ਹੈਗਾ, ਨਾ ਕੋਈ ਭੋਗ ਹੈਗਾ, ਕਿਉਂਕਿ ਅਸੀਂ ਬਿਲਕੁਲ ਸਾਫ਼ ਸੁਥਰਾ ਤੇ ਉਸ ਗੁਰੂ ਦੇ ਭੈ ਵਿੱਚ ਰਹਿ ਕੇ ਸਾਰਾ ਕੰਮ ਕਰ ਰਹੇ ਹਾਂ। ਅਮਰ ਜੀ, ਇੱਕ ਲਾਸਟ ਏਅਰ ਚੀਜ਼ ਦੱਸੋ ਕਿ ਟੈਸਟਾਂ ਵਾਲਾ ਅਸੀਂ ਜੇ ਕਹੀਏ ਕਿ ਸੁਣ ਤਾਂ ਬਹੁਤ ਟਾਈਮ ਤੋਂ ਰਹੇ ਹਾਂ ਇਹ ਚੀਜ਼, ਹਾਲਾਂਕਿ ਚਲੋ ਇਹ ਮੋਦੀਖਾਨੇ ਵਾਲਾ ਜ਼ਿਕਰ ਖੜਾ ਹੋਇਆ ਤਾਂ ਉਸ ਤੋਂ ਬਾਅਦ ਬਹੁਤ ਚੀਜ਼ਾਂ 'ਚ ਸ਼ਾਇਦ ਰਿਫਾਈਨ ਹੋ ਜਾਊਗਾ ਕੰਮ, ਸਾਫ਼ ਸਫਾਈ ਜੀ ਸਾਹਮਣੇ ਆ ਜਾਊਗੀ। ਟੈਸਟਾਂ ਦੇ ਵਿੱਚ ਜਦੋਂ ਕਰਦੇ ਹੋ ਕਿ ਕਈ ਲੋਕਾਂ ਦੇ, ਸਾਡੇ ਦਰਸ਼ਕਾਂ ਦੇ ਵੀ ਮਨ 'ਚ ਇਹ ਜ਼ਹਿਨ 'ਚ ਇਹ ਚੀਜ਼ ਹੁੰਦੀ ਹੈ ਕਿ ਲੋਕ ਆਮ ਤੌਰ ਤੇ ਕਹਿੰਦੇ ਨੇ, ਜਿਵੇਂ ਆਪਾਂ ਕੱਪੜਾ ਲੈਣ ਜਾਂਦੇ ਹਾਂ ਕਈ ਵਾਰੀ, ਕਿ ਇੱਥੇ 100 ਦਾ ਮਿਲਦਾ ਯਾਰ, ਉੱਥੇ 80 ਦਾ ਦੇ ਰਿਹਾ, ਵੀ ਸ਼ਾਇਦ ਕੋਈ ਉਹਦੀ ਨਾ ਕੁਆਲਿਟੀ 'ਚ ਫਰਕ ਹੋਊਗਾ। ਆਈ ਇਹ ਚੀਜ਼ ਸਾਹਮਣੇ? ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਇੱਕ ਪੇਸ਼ੈਂਟ ਦਾ ਪਿੱਛੇ ਫੋਨ ਆਇਆ ਸੀਗਾ ਸਾਨੂੰ ਵੀ ਉਹਨੇ ਸਿਟੀ ਸਕੈਨ ਮੈਨੂੰ ਪੁੱਛਿਆ ਤੇ ਅਸੀਂ ਦੱਸਿਆ ਉਹਨੂੰ 4850 ਰੁਪਏ ਦਾ, ਤੇ ਉਹ ਬਾਹਰੋਂ ਪੁੱਛ ਕੇ ਆਇਆ ਸੀ ਤੇ 13000 ਦਾ ਸੀਗਾ, ਤੇ ਉਹ ਯਕੀਨ ਕਰਨ ਤਿਆਰ ਨਹੀਂ ਸੀ ਪੇਸ਼ੈਂਟ। ਅਸੀਂ ਬੜੀ ਮੁਸ਼ਕਿਲ ਨਾਲ ਕਨਵਿੰਸ ਕੀਤਾ ਵੀ ਤੁਸੀਂ ਇੱਕ ਵਾਰ ਆ ਕੇ ਕਰਾ ਦਿਓ। ਮੇਰੇ ਪਿੱਛੇ ਮਸ਼ੀਨ ਪਈ ਹੈ, ਸਿਟੀ ਸਕੈਨ ਦੀ ਹੈ, ਤਕਰੀਬਨ ਅਸੀਂ 1.25 ਕਰੋੜ ਦੀ ਮਸ਼ੀਨ ਲਗਾਈ ਸੀ 3 ਸਾਲ ਪਹਿਲਾਂ, ਔਰ ਪ੍ਰਾਈਵੇਟ ਸੈਂਟਰ ਵਾਲੇ ਇਹੀ ਮਸ਼ੀਨਾਂ ਰੀਫੈਬ 30-40 ਲੱਖ ਦੀ ਲਗਾ ਕੇ ਉਹਨਾਂ ਦੀ ਰਿਪੋਰਟਾਂ ਵਧੀਆ ਹੋ ਜਾਂਦੀਆਂ ਨੇ। ਕਿਉਂ? ਕਮਿਸ਼ਨ ਦੇ ਕੇ, ਹੋਰ ਕੋਈ ਰੀਜ਼ਨ ਨਹੀਂ। ਜਦੋਂ ਮੈਂ ਵੀ ਮਸ਼ੀਨ ਲਗਾਉਣੀ ਸੀ, ਮੈਨੂੰ ਕੰਪਨੀ ਨੇ ਬੜਾ ਅਪਰੋਚ ਕੀਤਾ ਵੀ ਤੁਸੀਂ ਸੈਕਿੰਡ ਹੈਂਡ ਮਸ਼ੀਨ ਲਗਾ ਲਓ, ਰੀਫੈਬ ਲਗਾ ਲਓ, 30-40 ਲੱਖ ਦੀ ਆ ਜਾਂਦੀ। ਮੈਂ ਕਿਹਾ ਨਹੀਂ, ਅਸੀਂ ਨਵੀਂ ਲਗਾਉਣੀ ਹੈ, ਅਸੀਂ ਕੁਆਲਿਟੀ ਦੇਣੀ ਹੈ। ਈਵਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿਉਂਕਿ ਕਈ ਡਾਕਟਰ ਨੇ ਮੇਰੀ ਗੱਲ ਸੁਣਦੇ ਹੋਣਗੇ ਕੱਲ੍ਹ ਨੂੰ ਜਦੋਂ ਵੀਡੀਓ ਹੈ, ਹੁਣ ਅਸੀਂ ਸਿਟੀ ਸਕੈਨ ਕਰਦੇ ਹਾਂ, ਇਹਦੇ 'ਚ ਇੱਕ ਕੰਟਰਾਸਟ ਦੇਣਾ ਹੁੰਦਾ। ਕੰਟਰਾਸਟ ਦਾ ਮਤਲਬ ਇੰਜੈਕਸ਼ਨ, ਇੱਕ ਜਿਹਦੇ ਨਾਲ ਕਲਰਡ ਸਿਟੀ ਸਕੈਨ ਬਣਦਾ। ਅਸੀਂ ਓਮਨੀ ਪੈਕ ਕੰਪਨੀ ਦਾ ਯੂਜ਼ ਕਰਦੇ, ਜਿਹੜਾ ਟੌਪ ਮੋਸਟ ਬ੍ਰਾਂਡ ਹੈ। ਅਸੀਂ ਉਹਦੇ 'ਚ ਵੀ ਕੰਪਰੋਮਾਈਜ਼ ਨਹੀਂ ਕਰਦੇ। ਜਿੱਦਾਂ ਪ੍ਰਾਈਵੇਟ ਸੈਂਟਰ ਵਾਲੇ ਆਪਣੇ 2 ਪੈਸੇ ਬਚਾਉਣ ਕਰਕੇ ਉਹ ਵੀ ਇੰਜੈਕਸ਼ਨ ਹਲਕਾ ਖਰੀਦ ਕੇ, ਜੈਨਰਿਕ ਦਾ ਖਰੀਦ ਕੇ ਲਗਾ ਦਿੰਦੇ ਨੇ। ਅਸੀਂ ਉਹਦੇ 'ਚ ਵੀ ਕੰਪਰੋਮਾਈਜ਼ ਨਹੀਂ ਕਰਦੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਮਾਰਕੀਟ 'ਚ ਕਦੀ ਕੋਈ ਸਾਡੇ ਤੇ ਇਹ ਉਂਗਲੀ ਨਾ ਚੱਕੇ ਕਿ ਅਸੀਂ ਇਹ ਤੋਂ ਘੱਟ ਰੇਟ, ਗੁਰਦੁਆਰਾ ਸਾਹਿਬ ਤੋਂ ਖਾਸ ਕਰਕੇ, ਮੈਂ ਮੇਰੇ ਸੈਕਟਰ ਦਾ ਵੀ ਨਹੀਂ ਕਹਿੰਦਾ ਕਿ ਅੰਮ੍ਰਿਤਪਾਲ ਦਾ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਗੁਰਦੁਆਰਾ ਸਾਹਿਬ ਤੇ ਕਦੀ ਕੋਈ ਉਂਗਲੀ ਨਹੀਂ ਚੱਕੇਗਾ। ਮੈਂ ਗੁਰਦੁਆਰੇ ਤੋਂ ਕੰਮ ਕਰਾ ਕੇ ਆਇਆ ਸੀ ਤੇ ਮੇਰੀ ਰਿਪੋਰਟ ਦੇ ਵਿੱਚ ਫਰਕ ਨਹੀਂ ਮਿਲਿਆ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ 0 ਤੋਂ ਲੈ ਕੇ 100 ਨੰਬਰ ਤੱਕ ਕਿ 120% ਅਸੀਂ ਐਕੂਰੇਸੀ ਦਈਏ ਤੇ ਕੁਆਲਿਟੀ ਵਾਲਾ ਕੰਮ ਲੋਕਾਂ ਨੂੰ ਘੱਟ ਪੈਸੇ 'ਚ। ਇੱਕ ਲਾਸਟ ਇੰਨੀ ਚੀਜ਼ ਦੱਸ ਦਿਓ ਕਿ ਆਮ ਤੌਰ ਤੇ, ਕਿਉਂਕਿ ਹੁਣ ਤੁਸੀਂ ਤਾਂ ਕੰਮ ਕਰਦੇ ਹੋ, ਤੁਹਾਨੂੰ ਸਾਰੀ ਚੀਜ਼ ਦਾ ਇਸ ਬਾਰੇ ਟੈਕਨੀਕਲੀ ਵੀ ਨੌਲੇਜ ਹੈਗੀ ਆ, ਸਮਾਨ ਦਾ ਵੀ ਪਤਾ ਕਿੰਨਾ ਕੁ ਲੱਗਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੁਣ ਜਿਹੜੇ ਇੰਜੈਕਸ਼ਨ ਲੱਗਦੇ ਨੇ, ਜੇ ਕੋਈ ਸਹੀ ਮਨ ਨਾਲ ਵੀ ਚਲਾਉਂਦਾ, ਚਲੋ ਤੁਸੀਂ 4850 ਕਿਸੇ ਚੀਜ਼ ਦਾ ਲੈਂਦੇ ਹੋ, ਜੇ ਉਹ 4900 ਵੀ ਲੈ ਲੇ ਜਾਂ 4950 ਵੀ ਲੈ ਲੇ, ਅੱਗੇ ਲੈ ਲੇ, ਪੂਰੇ ਕਰ ਲੇ, 5000 ਵੀ ਪੂਰਾ ਕਰ ਲੇ, ਤਾਂ ਕਮ ਸੇ ਕਮ ਫਿਰ ਵੀ ਉਹ ਚੰਗਾ ਮੁਨਾਫਾ ਕਮਾ ਸਕਦਾ। ਇਹ ਤਾਂ ਨਹੀਂ ਹੈਗਾ ਕਿ ਚਲੋ ਠੀਕ ਹੈ, ਤੁਹਾਨੂੰ ਤਾਂ ਜੇ ਮੰਨ ਲਈ ਕਿਸੇ ਪਾਸੇ ਗੁਰਦੁਆਰਾ ਸਾਹਿਬ ਦੀ ਵੀ ਸਪੋਰਟ ਹੈਗੀ ਹੈ, ਜੇ ਨਾ ਵੀ ਹੋਵੇ, ਹਾਲਾਂਕਿ ਤੁਸੀਂ ਆਪਦੇ ਖਰਚੇ ਆਪ ਹੀ ਚਲਾ ਰਹੇ ਹੋ ਸਾਰੇ,
ਪਰ ਫਿਰ ਵੀ ਜੇ ਚਲਾ ਲੈ, ਕਹਿਣ ਦਾ ਮਤਲਬ ਨੀਅਤ ਜੇ ਸਾਫ਼ ਰੱਖ ਕੇ ਚਲਾਇਆ ਜਾਵੇ ਤਾਂ ਕਹਿ ਸਕਦੇ ਹਾਂ ਉਹਦੇ ਤੇ ਮਿਹਰ ਹੋਊਗੀ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਜੇ ਕੋਈ ਨੋਮੀਨਲ ਰੇਟ ਰੱਖ ਕੇ ਵੀ ਕੰਮ ਕਰਦਾ ਹੈ ਤੇ ਕਮਿਸ਼ਨ ਵਾਲੇ ਸਿਸਟਮ ਤੋਂ ਬਚਦਾ ਹੈ ਤੇ ਪਰਮਾਤਮਾ ਉਹਦੇ ਤੇ ਬਹੁਤ ਕਿਰਪਾ ਕਰੇਗਾ। ਲੋਕਾਂ ਦੀ ਅਰਦਾਸ ਹੀ ਇੰਨੀ ਲੱਗਦੀ ਹੈ ਕਿ ਤੁਸੀਂ ਆਪ ਹੀ ਪਤਾ ਨਹੀਂ ਜ਼ੀਰੋ ਤੋਂ ਕਿੱਥੇ ਅਰਸ਼ਾਂ ਤੋਂ ਤੁਸੀਂ ਮਤਲਬ ਫਰਸ਼ਾਂ ਤੋਂ ਤੁਸੀਂ ਅਰਸ਼ਾਂ ਤੇ ਪਹੁੰਚ ਜਾਣਾ। ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ ਕਿਸੇ ਅੱਗੇ ਕੁਝ ਹੱਥ ਅੱਡਣ ਦੀ, ਕਿਸੇ ਨੂੰ ਕਹਿਣ ਦੀ। ਪਰਮਾਤਮਾ ਅੱਗੇ ਅਰਦਾਸ ਕਰਕੇ ਜਿਹੜਾ ਕੀਤਾ ਹੈ ਲੋਕਾਂ ਦੀ ਭਲਾਈ ਦਾ ਕੀਤਾ ਹੈ। ਲੋਕੀ ਸਾਡੇ ਕੋਲ ਪਹਿਲਾਂ ਹੀ ਬੜੇ, ਮੈਂ ਕਈ ਵਾਰ ਸਾਨੂੰ ਦੇਖ ਕੇ ਰੋਣਾ ਆਉਂਦਾ ਕਿ ਸਾਨੂੰ ਲੋਕ ਵਿਚਾਰੇ ਮਤਲਬ ਆਪਣੇ 400-500 ਰੁਪਏ ਵੀ ਜੇਬ ਚੋਂ ਨਹੀਂ ਕੱਢ ਸਕਦੇ। ਜੇ ਅਸੀਂ ਉਹਦੀ ਦੁਆ ਲਵਾਂਗੇ ਤਾਂ ਪਰਮਾਤਮਾ ਸਾਡੀ ਕਦੀ ਪਿੱਠ ਨਹੀਂ ਲੱਗਣ ਦੇਗਾ। ਬਿਲਕੁਲ ਕਿਹਾ ਜਾ ਸਕਦਾ ਕਿ ਟੈਸਟਾਂ ਦੀ ਇਸ ਲੁੱਟ ਦੇ ਵਿੱਚ ਕਿਹਾ ਜਾ ਸਕਦਾ ਕਿ ਹਾਲਾਂਕਿ ਬਹੁਤ ਸਾਰੇ ਡਾਕਟਰ ਸਹੀ ਨੇ, ਕਿਹਾ ਜਾ ਸਕਦਾ ਕਿ ਲੋਕ ਜਿਹੜੇ ਕਰਨ ਵਾਲੇ ਨੇ ਉਹ ਵੀ ਸਹੀ ਨੇ। ਫੇਰ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਦੇਖੋ ਕਿ ਵੱਡੀਆਂ ਮਸ਼ੀਨਾਂ ਲਾ ਕੇ, ਮਹਿੰਗੀਆਂ ਮਸ਼ੀਨਾਂ ਲਾ ਕੇ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਖਿਰਕਾਰ ਤੁਸੀਂ ਸਿਰਫ ਮੋਟੇ ਪੈਸੇ ਕਿਤੋਂ ਲੈਣੇ ਹੋ, ਮਰੀਜ਼ਾਂ ਤੋਂ ਲੈਣੇ ਹੋ ਤਾਂ ਫੇਰ ਹੀ ਕੋਈ ਮੁਨਾਫਾ ਜਾਂ ਫਿਰ ਸਿਸਟਮ ਨੂੰ ਚਲਾਇਆ ਜਾ ਸਕਦਾ। ਬਲਕਿ ਕੋਸ਼ਿਸ਼, ਜੇ ਤੁਹਾਡੀ ਨੀਅਤ ਸਾਫ਼ ਹੈ, ਤੁਸੀਂ ਕੋਸ਼ਿਸ਼ ਕਰਦੇ ਹੋ ਇਸ ਚੀਜ਼ ਦੀ, ਤਾਂ ਰੱਬ ਕਦੇ ਪਿੱਠ ਨਹੀਂ ਲੱਗਣ ਦਿੰਦਾ। ਇਸ ਉਦਾਹਰਨ ਤੁਹਾਨੂੰ ਇਸ ਦਿਖਾਉਣ ਦਾ ਜ਼ਿਕਰ ਹੀ ਇਸ ਚੀਜ਼ ਦਾ ਹੈ ਕਿ ਆਖਿਰਕਾਰ ਜਿਹੜੇ ਲੋਕ ਅਜੇ ਵੀ ਨਹੀਂ ਸੰਭਲਦੇ ਹੈਗੇ ਉਹਨਾਂ ਨੂੰ ਸੰਭਲ ਦੀ ਲੋੜ ਹੈ, ਕਿਉਂਕਿ ਉਹ ਮਰੀਜ਼ ਜਿਹੜਾ ਕਿ ਸਭ ਪਾਸਿਓਂ ਹਤਾਸ਼ ਹੋ ਕੇ ਆਖਿਰਕਾਰ ਦੋ ਜਗ੍ਹਾ ਤੇ ਲਾਸਟ 'ਚ ਜਾਂਦਾ ਹੈ, ਇੱਕ ਇਲਾਜ ਕਰਾਉਣ, ਦੂਜਾ ਰੱਬ ਦੇ ਦੁਆਰ ਤੇ। ਜੇ ਉਹ ਰੱਬ ਦੇ ਦੁਆਰ ਤੇ ਠੀਕ ਹੋ ਕੇ ਦੁਬਾਰੇ ਜਾਏਗਾ ਤਾਂ ਉਹ ਤੁਹਾਡੀ ਵੀ ਸਲਾਮਤੀ ਮੰਗੇਗਾ। ਤੇ ਜ਼ਰੂਰਤ ਹੈ ਅੱਜ ਇਸ ਚੀਜ਼ਾਂ ਨੂੰ ਸਮਝਣ ਦੀ, ਸਮੇਂ ਨੂੰ ਸਮਝਣ ਦੀ, ਤਾਂ ਕਿ ਕਮਿਸ਼ਨ ਖੋਰੀ ਤੋਂ ਉੱਪਰ ਉੱਠ ਕੇ ਅਸੀਂ ਇਨਸਾਨੀਅਤ ਵੱਲ ਵਧੀਏ। ਜਿਹੜਾ ਕਿ ਰਸਤਾ ਰੱਬ ਨੇ ਦਿਖਾਇਆ, ਧਿਆਉਂਦਾ ਨੂੰ ਹਰ ਕੋਈ ਹੈ, ਚਾਹੇ ਕਮਿਸ਼ਨ ਖੋਰ ਹੈ, ਚਾਹੇ ਆਮ ਬੰਦਾ ਹੈ, ਪਰ ਉਸ ਲਹਿਰ ਤੇ ਕੋਈ ਨਹੀਂ ਚੱਲਦਾ ਜਿਹੜਾ ਰਸਤਾ ਉਹਨੇ ਖੁਦ ਨੇ ਦਿਖਾਇਆ ਸੀ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।